Hello guys, in today's video I am going to talk about the line graph that the food consumption in China from 1985 to 2010. My name is Gurpreet Kaur. I am your IELTS trainer. How are you? I think you are good. And now we are going to talk about this task, that how I have written this task and how you can write in the same way by which you will score your desired bands in the writing task 1, because I have said many a times that writing task 1 is also important as writing task 2. If we get or if we score like 7 bands in writing task 1 and there is 6 in writing task 2, then it is going to be 6.5 in the overall. So please try to watch this video till the end, then I will let you know how you can write this kind of task in a proper and efficient way. ਸੋ ਆਪਣੇ ਕੋਲ ਕੀ ਹੈ, ਪਹਿਲਾਂ ਇਹਨਾਂ ਨੇ ਕੀ ਕਿਹਾ, ਫੂਡ ਕੰਜ਼ੰਪਸ਼ਨ ਇਨ ਚਾਈਨਾ ਦੇ ਵਿੱਚ ਫੂਡ ਕੰਜ਼ੰਪਸ਼ਨ ਸੀ ਜਿਹੜੀ, ਉਹਦੇ ਬਾਰੇ ਗੱਲ ਕੀਤੀ ਹੋਈ ਹੈ 1985 ਤੋਂ ਲੈ ਕੇ 2010 ਤੱਕ। ਮਤਲਬ 25 ਸਾਲਾਂ ਦੇ ਵਿੱਚ ਚਾਈਨੀਜ਼ ਲੋਕਾਂ ਨੇ ਕਿੰਨਾ ਫੂਡ ਕੰਜ਼ਿਊਮ ਕੀਤਾ, ਕਿਹੜੀ ਤਰ੍ਹਾਂ ਦਾ ਫੂਡ ਕੰਜ਼ਿਊਮ ਕੀਤਾ, ਉਹਦੇ ਬਾਰੇ ਦੱਸਿਆ ਹੋਇਆ। ਨੀਚੇ ਵੀ ਦੱਸਿਆ ਹੋਇਆ ਜਿਹੜੀ ਇਹਦੀ ਸਟੇਟਮੈਂਟ ਦੱਸੀ ਹੋਈ ਆ, ਦ ਗ੍ਰਾਫ ਸ਼ੋਜ਼ ਦ ਚੇਂਜਸ in food consumption by Chinese people between 1985 and 2010। मतलब 1985 ਤੋਂ ਲੈ ਕੇ 2010 ਤੱਕ ਉਹਨਾਂ ਨੇ ਜਿਹੜੀ ਫੂਡ ਚੇਂਜਸ ਸੀਗੇ, ਫੂਡ ਦੇ ਵਿੱਚ ਵੇਰੀਏਸ਼ਨਸ ਇਨ ਫੂਡ ਕੰਜ਼ੰਪਸ਼ਨ, ਉਹਦੇ ਬਾਰੇ ਗੱਲ ਕੀਤੀ ਹੋਈ ਹੈ। ਤੇ ਲਾਸਟ ਤੇ ਆਪਾਂ ਨੂੰ ਲਿਖਿਆ ਵੀ ਹੋਇਆ, ਸਮਰਾਈਜ਼ ਦਾ ਇਨਫੋਰਮੇਸ਼ਨ ਬਾय ਸਿਲੈਕਟਿੰਗ ਐਂਡ ਰਿਪੋਰਟਿੰਗ ਦਾ ਮੇਨ ਫੀਚਰਸ ਐਂਡ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਮਤਲਬ ਮੇਨ ਫੀਚਰਸ ਨੂੰ ਲੈ ਕੇ ਸਿਲੈਕਟ ਕਰਕੇ ਤੇ ਉਹਨਾਂ ਨੂੰ ਦੱਸ ਕੇ ਆਪਾਂ ਨੇ ਸਮਰਾਈਜ਼ ਕਰਨੀ ਇਨਫੋਰਮੇਸ਼ਨ, ਤੇ ਉਸ ਤੋਂ ਬਾਅਦ ਜੇ ਕੋਈ ਕੰਪੈਰੀਜ਼ਨ ਕਰ ਸਕਦੇ ਹਾਂ ਤੇ ਦੈਨ ਕੰਪੈਰੀਜ਼ਨ ਵੀ ਆਪਾਂ ਨੇ ਕਰਨਾ ਹੈ। ਹੁਣ ਇਹ ਦੇਖਿਓ, ਬਹੁਤ ਈਜ਼ੀ ਆ ਟਾਸਕ ਇਹ। ਫੂਡ ਕੰਜ਼ੰਪਸ਼ਨ ਇਨ ਚਾਈਨਾ 1985 to 2010, ਗ੍ਰਾਮਸ ਪਰ ਪਰਸਨ ਪਰ ਵੀਕ, ਮਤਲਬ ਕਿੰਨੇ ਗ੍ਰਾਮਸ ਇੱਕ ਬੰਦਾ ਹਰੇਕ ਹਫਤੇ ਖਾਂਦਾ ਹੈ ਇਹਨਾਂ ਫੂਡ ਪ੍ਰੋਡਕਟ ਦੇ, ਉਹਦੇ ਬਾਰੇ ਗੱਲ ਕੀਤੀ ਹੋਈ ਹੈ। ਫਸਟ ਆਫ ਆਲ ਹੈਗਾ ਆਪਣੇ ਕੋਲ ਮੀਟ, ਸੈਕਿੰਡ ਵਨ ਸਾਲਟ ਐਂਡ ਥਰਡ ਵਨ ਫਿਸ਼। ਇੱਧਰ ਤੇ ਆਪਾਂ ਨੂੰ ਜਿਹੜਾ ਵਰਟੀਕਲ ਹੈ, ਜਿਹੜਾ ਆਪਾਂ ਐਕਸ ਐਕਸਿਸ ਕਹਿੰਦੇ ਆ, ਤੇ ਉੱਥੇ ਆਪਾਂ ਨੂੰ ਵਰਟੀਕਲ ਜਿਹੜੀ ਲਾਈਨ ਹੈ ਉਹਦੇ ਵਿੱਚ ਦੱਸਿਆ ਹੋਇਆ ਗ੍ਰਾਮਸ ਦੇ ਵਿੱਚ। ਜਿਹੜੀ ਆਹ ਵਾਲੀ ਐਕਸਿਸ ਹੁੰਦੀ ਹੈ, ਜਿਹੜੀ ਹੌਰੀਜ਼ੌਂਟਲ ਵਾਲੀ, ਉਹ ਹਮੇਸ਼ਾ ਜਿਹੜੀ ਹੈ ਸਟਿਲ ਹੁੰਦੀ ਹੈ, ਉਹ ਚੇਂਜ ਨਹੀਂ ਹੁੰਦੀ ਹੈਗੀ। ਬਟ ਇਹ ਚੀਜ਼ ਆ ਜਿਹੜੀ ਚੇਂਜ ਹੋ ਰਹੀ ਹੈ। ਈਅਰਸ ਇੰਨੇ ਹੀ ਰਹਿਣੇ ਆ। 1985 ਦੇ ਵਿੱਚ ਕਿੰਨਾ ਸੀ, 1990 ਦੇ ਵਿੱਚ 95 ਦੇ ਵਿੱਚ 2000, 2005 ਐਂਡ 2010, 5 ਈਅਰਸ ਦੇ ਗੈਪ ਨਾਲ ਆਪਾਂ ਨੂੰ ਦੱਸਿਆ ਹੋਇਆ ਵੀ ਕਿੰਨੀ ਕਿੰਨੀ ਸੀਗੀ। ਜਸਟ ਕੀ ਆ, ਆਪਾਂ ਸਟਾਰਟ ਕਰ ਸਕਦੇ ਹਾਂ ਇਹਦੇ ਤੋਂ, ਇਹਨਾਂ ਦੋਨਾਂ ਨੂੰ, ਮੀਟ ਐਂਡ ਸਾਲਟ ਨੂੰ ਲੈ ਕੇ। ਮੀਟ ਦੀ ਕੰਜ਼ੰਪਸ਼ਨ ਆਪਾਂ ਨੂੰ ਪਤਾ ਵੀ ਮੀਟ ਦੀ ਕੰਜ਼ੰਪਸ਼ਨ ਪਹਿਲੇ ਈਅਰ ਦੇ ਵਿੱਚ 100 ਸੀਗੀ, ਉਸ ਤੋਂ ਬਾਅਦ ਇਹ ਵੱਧ ਕੇ ਅਗਲੇ 20 ਸਾਲਾਂ ਦੇ ਵਿੱਚ, 25 ਸਾਲਾਂ ਦੇ ਵਿੱਚ 200 ਤੱਕ ਪਹੁੰਚ ਗਈ। ਠੀਕ ਹੈ, ਜਸਟ ਇੰਨਾ ਹੀ ਲਿਖਣ ਦੀ ਲੋੜ ਆ, ਬਾਲਾ ਲਿਖਣ ਦੀ ਲੋੜ ਨਹੀਂ, ਕਿਉਂਕਿ ਆਪਾਂ ਨੇ 170 ਤੱਕ ਵਰਡਸ ਰੱਖਣੇ ਆ। 170 ਤੱਕ 160 to 170 ਵਰਡਸ ਹੋਣੇ ਚਾਹੀਦੇ ਜੇ ਆਪਾਂ ਵਧੀਆ ਬੈਂਡ ਸਕੋਰਸ ਲੈਣਾ ਚਾਹੁੰਦੇ ਹਾਂ, ਦੈਨ ਸਾਰੀ ਇਨਫੋਰਮੇਸ਼ਨ ਇਨਕਲੂਡ ਕਰਕੇ। ਤੇ ਜ਼ਿਆਦਾ ਡਿਟੇਲ ਦੇਣ ਦੀ ਲੋੜ ਨਹੀਂ ਗੀ। ਜੇ ਆਪਣੇ ਕੋਲ ਵਰਡ ਕਾਊਂਟ ਘੱਟ ਰਿਹਾ ਦੈਨ ਆਪਾਂ ਇਨਕਲੂਡ ਕਰ ਸਕਦੇ, ਬਟ ਉੱਦਾਂ ਕਰਨ ਦੀ ਲੋੜ ਨਹੀਂ ਆਪਾਂ ਨੂੰ। ਫਿਰ ਹੁਣ ਇਹ ਵਾਲੀ ਜਿਹੜੀ ਚੀਜ਼ ਸੀਗੀ, ਉਸ ਤੋਂ ਬਾਅਦ ਸਾਲਟ ਜਿਹੜੀ ਕੰਜ਼ੰਪਸ਼ਨ ਸੀਗੀ 500 ਸੀ ਫਸਟ ਈਅਰ ਦੇ ਵਿੱਚ, ਉਸ ਤੋਂ ਬਾਅਦ ਇਹ ਕੀ ਡਿਕਰੀਜ਼ ਹੋ ਗਈ ਤੇ ਇਹ ਪਹੁੰਚ ਗਈ 200 ਤੱਕ ਲਾਸਟ ਈਅਰ ਦੇ ਵਿੱਚ। ਫਿਰ ਜਿਹੜਾ ਸੀ ਫਿਸ਼ ਕੰਜ਼ੰਪਸ਼ਨ ਆਪਾਂ ਨੂੰ ਪਤਾ ਵੀ ਮੈਕਸੀਮਮ ਸੀਗੀ ਸਾਰੇ ਈਅਰਸ ਦੇ ਵਿੱਚ। ਪਹਿਲਾਂ ਇਹਨੇ ਜ਼ਿਗਜ਼ੈਗ ਟ੍ਰੈਂਡ ਫੋਲੋ ਕੀਤਾ ਟਿਲ 2000 ਆਪਾਂ ਕਹਿ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਇਹ ਵਧੀ ਗਈ ਹੈ। ਪਹਿਲਾਂ ਵਧੀ, ਫਿਰ ਘਟੀ, ਫਿਰ ਤੋਂ ਵਧੀ, ਫਿਰ ਇਸ ਤੋਂ ਬਾਅਦ ਇਹ ਕੰਟੀਨਿਊਸ ਇਨਕਰੀਜ਼ ਹੋਇਆ। ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਮੈਂ ਕਿਵੇਂ ਟਾਸਕ ਲਿਖਿਆ, ਕਿ ਤੁਸੀਂ ਵੀ ਇੱਦਾਂ ਲਿਖ ਕੇ ਆਪਣੇ ਬੈਂਡ ਸਕੋਰਸ ਕਿਵੇਂ ਇੰਪਰੂਵ ਕਰ ਸਕਦੇ ਆ। ਫਸਟ ਆਪਾਂ ਨੇ ਇਹਦੀ ਇੰਟਰੋਡਕਸ਼ਨ ਲਿਖਿਆ। ਇੰਟਰੋਡਕਸ਼ਨ ਦੇ ਵਿੱਚ ਮੈਂ ਲਿਖਿਆ, ਦ ਲਾਈਨ ਗ੍ਰਾਫ ਐਕਸਪਲੇਨਸ ਰਿਗਾਰਡਿੰਗ 3 products, meat, salt and fish in Chinese meals, that how much these were eaten by people within 25 years। ਜੇ ਆਪਾਂ ਨੇ ਇੱਥੇ ਲਿਖਣਾ ਸੀ ਆਪਾਂ ਲਿਖ ਸਕਦੇ ਸੀ from 1985 to 2010, ਬਟ ਮੈਂ ਨਹੀਂ ਲਿਖਿਆ ਕਿਉਂਕਿ ਮੈਨੂੰ ਲੱਗਦਾ ਸੀ ਕਿ 25 ਈਅਰਸ ਨਾਲ ਕੰਮ ਸਹੀ ਹੋ ਜਾਣਾ ਆਪਣਾ। ਐਂਡ ਡੇਟਾ ਇਜ਼ presented in grams for single individual weekly।
तो डेटा आपां नूं किवें दिता ग्राम्स विच दिता है, किन्ने ग्राम एक सिंगल इंडिविजुअल ने वीक दे विच खादा है उहदे बारे दस्सिया है। वी आपां नूं उत्थे लिखिया सी चेंजिस, मैं जस्ट इत्थे लिख दिता भी 3 प्रोडक्ट्स बारे गल कीती होई आ जिहड़े कि सीगे ए वाले चाइनीज़ मील्स दे विच किन्नी क्वांटिटी दे विच इह लए गए लोकां द्वारा, ते डेटा आपां नूं किहदे विच दिता होया उहदे बारे आपां ने गल कर दित्ती। हुण फस्ट पैराग्राफ दे विच की है, मैं मीट एंड सॉल्ट नूं इकट्ठा कर लिया क्योंकि आपां नूं कंबाइन कर सकदे सी, ते दूजे पैराग्राफ दे विच मैं जस्ट फिश कंजम्पशन बारे ही दस्सिया। वाइल कंसीडरिंग मीट एंड सॉल्ट, जे उहनूं कंसीडर करदे आ, द क्वांटिटी ऑफ फॉर्मर वन वॉज 100 ग्राम्स इन 1985, मतलब पहले दी जिहड़ा सीगा मीट दी क्वांटिटी किहड़ी सीगी ਉਹ 100 ग्राम ਸੀਗੀ फस्ट ईयर ਦੇ ਵਿੱਚ, विच बाय सर्जिंग स्लोली एंड कंटिन्यूअसली, ਜਿਹੜੇ ਕੀ ਆ स्लोली कंटिन्यूअस राइज होई, रीच्ड एट 200 ग्राम्स, 200 ग्राम्स तक पहुँच गई भी 200 ग्राम्स लोग लैन लग गए टिल 2010 तक। मैं एक लाइन जस्ट इन्हूं एक्सप्लेन कर दिता है। फिर दैन हाउएवर, क्योंकि दूजे बारे गल करन लगे आपां तां करके हाउएवर लगाया। However, 500 grams of salt was utilized for cooking by citizens of China in first year, that मतलब 500 ग्राम उन्होंने लोगों ने यूज़ किया सीगा, यूटिलाइज किया सी कुकिंग दे विच सॉल्ट नूं सिटीजनस ऑफ चाइना ने इन फस्ट ईयर दे विच, पहले साल दे विच, दैट ड्रॉप्ड ग्रैजुअली बाय शोइंग कंटिन्यूटी टू 200 ग्राम्स। ठीक है, दैट ड्रॉप्ड ग्रैजुअली बाय शोइंग कंटिन्यूटी टू 200 ग्राम्स, मतलब की है ग्रैजुअली वो ड्रॉप होया कंटिन्यूस वे दे नाल, क्योंकि इत्थे मैं कंटिन्यूसली लिख लिया सी तां करके मैं इत्थे कंटिन्यूई शोइंग कंटिन्यूटी लिख दिता टू 200 ग्राम्स आफ्टर आ क्वार्टर ऑफ सेंचुरी इन लास्ट ईयर। 25 साल क्वार्टर ऑफ सेंचुरी हुंदी है, लास्ट ईयर दी आपां ने गल कर दित्ती। फिर दैन फिश कंजम्पशन फॉलोड जिगजैग ट्रेंड, क्योंकि उन्हें जिगजैग ट्रेंड फॉलो किया सीगा। मैं तुहानूं पहला भी दिखाया कि पहले 1985 तो लैके उन्होंने 2000 तक जिगजैग ट्रेंड फॉलो किया। फिश कंजम्पशन फॉलोड जिगजैग ट्रेंड ड्यूरिंग फस्ट 15 ईयर्स, फस्ट 15 ईयर्स पहले 15 सालों के उन्होंने ये चीज़ की, वेयर इट हैड बिन एट 600 ग्राम इनीशियली, जिथे की सीगी ये इट हैड बिन, मतलब मैं पैसिव बना दिता उहदा 600 ग्राम्स ते सी पहले ईयर दे विच, वाइल वेंट अप विद 100 ग्राम्स इन हाफ अ डेकेड। ठीक है, अगले 5 सालों के विच की सीगे 600 ग्राम तो हो गया 700 ग्राम्स तक चली गई। फ्रॉम दिस क्वांटिटी, इस क्वांटिटी तो पीपल एट फिश विद पीक लैवल 850 ग्राम्स इन 2010 दे विच उन्होंने की सीगा पीक लैवल तक इनू खादा सीगा, विच रोज बाय रिड्यूसिंग टू स्टार्टिंग पॉइंट इन 1995, जिहड़ी रोज जिहड़ी की इनक्रीज वधी सीगी बाय रिड्यूसिंग टू स्टार्टिंग पॉइंट, इहदा स्टार्टिंग पॉइंट जिहड़ा 600 सीगा 1995 तक विच। फिर उस तो बाद इहदा ओवरऑल ऑल्दो uses of meat and salt commenced with different quantity। ठीक है, although भावें कि यह चीज़ की है स्टार्ट हुई सी डिफरेंट क्वांटिटी दे नाल, क्योंकि दोनों की आपां नूं पता फस्ट सीगा 100 ते सैकेंड वन सीगा 500 ते, एक कॉमा रिप्रजेंट करता बट नूं, बट बाय फॉलोइंग ओपोजिट ट्रेंड, पर ओपोजिट ट्रेंड फॉलो करके ये दोनों, क्योंकि वो एक चीज़ वधी सी दूजी चीज़ घटी सी अपने कोल। इट वॉज सिमिलर लास्ट ईयर दे विच किया है सिमिलर हो गई सी, दोनों चीज़ां 200 ते ही आ गई सी। ये साइन की है, हाउ एवर द साइन है कि आप कंट्रास्ट दे विच कुछ लिख रहे हैं। इन कंट्रास्ट फिश यूज रिमेन्ड एट द मैक्सीमम थ्रू आउट द सर्वे टाइम ड्यूरेशन, बट जिहड़ा फिश का कंजम्पशन सीगी, फिश का यूज सीगा वो की आ मैक्सीमम ही रहा पूरे टाइम दे विच, पूरी टाइम ड्यूरेशन दे विच। हुण ये अपने कोल ऑलमोस्ट 175 वर्ड्स है ये जिहड़ा पूरा टास्क लिखिया होया मैं, तो ये आपां नूं वधिया बैंड स्कोर्स मिल सकते हैं, क्योंकि ये आपां कोई ग्रामर मिसटेक नहीं की, आपां ने जिहड़ियां सेंटेंस फॉर्मेशन आ
ਉਹ ਆਪਣੀ ਬਹੁਤ ਵਧੀਆ ਰਹੀ। ਕੋਹਰੈਂਸ ਐਂਡ ਕੋਹੀਜ਼ਨ ਜਿਹੜੀ ਆ, ਕਿਉਂਕਿ ਸਭ ਕੁਝ ਇੱਕ ਦੂਜੇ ਨੂੰ ਰਿਲੇਟ ਕਰ ਰਿਹਾ ਆ। ਇਹਦੇ ਵਿੱਚ ਆਪਾਂ ਨੇ ਜੋ ਵੀ ਪੈਰਾਗ੍ਰਾਫਿੰਗ ਕੀਤੀ, ਇੱਦਾਂ ਨਹੀਂ ਕਿ ਕੁਝ ਅਜੀਬ ਲਿਖ ਦਿੱਤਾ ਆਪਾਂ ਨੇ, ਕੋਈ ਆਊਟ ਆਫ ਦਾ ਟਾਸਕ ਆ ਜਾਂਦਾ ਹੈ, ਜਾਂ ਫਿਰ ਜਿਹੜੀ ਟਾਸਕ ਅਚੀਵਮੈਂਟ ਆ ਉਹ ਪ੍ਰੋਪਰ ਆ। ਆਪਾਂ ਨੇ ਕੰਪੈਰੀਜ਼ਨ ਵੀ ਕੀਤਾ, ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਸੀ ਫਸਟ ਵਿੱਚ ਹੀ, ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਕੀ ਫੀਚਰਸ ਵੀ ਆਪਾਂ ਨੇ ਦੱਸੀਆਂ ਕਿ ਹਾਂਜੀ ਵੀ ਉਹਨਾਂ ਨੇ ਓਪੋਜ਼ਿਟ ਟਰੈਂਡ ਫੋਲੋ ਕੀਤਾ ਹੈ, ਇਹਨੇ ਕੀ ਆ ਜ਼ਿਗਜ਼ੈਗ ਟਰੈਂਡ ਫੋਲੋ ਕੀਤਾ ਹੈ, ਉਹ ਵੈਂਟ ਅਪ ਚਲਾ ਗਿਆ, ਪੀਕ ਤੇ ਚਲਾ ਗਿਆ, ਇਹ ਇੱਕ ਕੀ ਫੀਚਰ ਆ। ਫਿਰ ਇਹਨੇ ਮੈਕਸਿਮਮ ਤੇ ਰਿਹਾ, ਇਹ ਇੱਕ ਕੀ ਫੀਚਰ ਸੀਗੀ ਇਹਦੀ। ਫਿਰ ਆਪਾਂ ਨੇ ਇੱਥੇ ਲਿਖਿਆ ਸਲੋਲੀ ਐਂਡ ਕੰਟੀਨਿਊਸਲੀ, ਇਹ ਵੀ ਇੱਕ ਕੀ ਫੀਚਰ ਸੀ ਵੀ ਸਲੋਲੀ ਉਹ ਇਨਕਰੀਜ਼ ਹੋਈ ਹੈ ਕੋਈ ਵੀ ਚੀਜ਼। ਫਿਰ ਆਪਾਂ ਨੇ ਗ੍ਰੈਜੂਅਲ ਇਨਕਰੀਜ਼ ਲਿਖ ਦਿੱਤਾ ਕਿ ਆਪਾਂ ਨੇ ਚੇਂਜ ਕਰਨਾ ਸੀ ਕੁਝ, ਤਾਂ ਕਰਕੇ ਆਪਾਂ ਨੇ ਇਹ ਵਾਲੀ ਚੀਜ਼ ਲਿਖੀ। ਫਸਟ ਆਫ ਆਲ ਆਪਾਂ ਨੇ ਲਿਖ ਦਿੱਤਾ ਹਾਊ ਮਚ, ਕਿੰਨਾ ਲੋਕਾਂ ਨੇ ਖਾਧਾ। ਵਰ ਈਟਨ ਬਾਈ ਦੀਜ਼, ਕਿਉਂਕਿ ਆਪਣੇ ਕੋਲ 3 ਪ੍ਰੋਡਕਟ ਸੀ ਤਾਂ ਕਰਕੇ ਆਪਾਂ ਦੀਜ਼ ਲਗਾਇਆ। ਜੇ ਇਕੱਲਾ ਸਿੰਗਲ ਪ੍ਰੋਡਕਟ ਹੁੰਦਾ ਫਿਰ ਆਪਾਂ ਨੇ ਇਟ ਲਗਾਉਣਾ ਸੀਗਾ। ਤੇ ਦੈਨ ਆਪਾਂ ਇਹ ਵੀ ਡੇਟਾ ਵੀ ਦੱਸ ਦਿੱਤਾ ਪਹਿਲਾਂ ਹੀ ਕਿ ਇਹ ਸਿੰਗਲ ਇੰਡੀਵਿਜੂਅਲ ਵੀਕਲੀ ਦੇ ਅਕੋਰਡਿੰਗ ਦੱਸਿਆ ਗਿਆ ਸੀਗਾ, ਤਾਂ ਕਿ ਆਪਾਂ ਜੇ ਅੱਗੇ ਨਹੀਂ ਵੀ ਲਿਖਦੇ ਵੀ ਇੰਨੇ ਗ੍ਰਾਮ ਸੀਗਾ ਪਰ ਪਰਸਨ ਨੇ ਵੀਕ ਦੇ ਵਿੱਚ ਖਾਧਾ ਸੀ, ਤਾਂ ਵੀ ਆਪਣੇ ਬੈਂਡ ਸਕੋਰਸ ਡਿਡਕਟ ਨਹੀਂ ਹੋਣਗੇ, ਮਿਸਲੀਡਿੰਗ ਕੋਈ ਇਨਫੋਰਮੇਸ਼ਨ ਨਹੀਂ ਹੋਊਗੀ ਇਹਦੇ ਵਿੱਚ। ਜਸਟ ਆਪਾਂ ਨੇ ਕੁਆਟਰ ਆ ਸੈਂਚੁਰੀ ਲਿਖ ਦਿੱਤਾ ਇੱਥੇ, ਕਿਉਂਕਿ ਆਪਾਂ ਨੇ ਚੇਂਜ ਕਰਨਾ ਸੀ 25 ਈਅਰਸ ਨੂੰ, ਆਪਾਂ ਕੁਆਟਰ ਆ ਸੈਂਚੁਰੀ ਲਿਖ ਦਿੱਤਾ ਇਹਨੂੰ। ਫਾਰਮਰ 1 ਇਹਨੂੰ ਰਿਪਰੈਜ਼ੈਂਟ ਕਰਦਾ ਮੀਟ ਨੂੰ। ਸੌਲਟ ਜਿਹੜਾ ਉਹਦੇ ਲਈ ਆਪਾਂ ਹਾਊਐਵਰ ਲਗਾ ਕੇ ਯੂਜ਼ ਕਰ ਲਿਆ। ਸਿਟੀਜ਼ਨਸ ਆਫ ਚਾਈਨਾ ਲਿਖ ਦਿੱਤਾ, ਚਾਈਨੀਜ਼ ਮੀਲਸ ਦੇ ਵਿੱਚ ਕਿੰਨੇ ਸੀਗੇ। ਪੀਪਲ ਦਾ ਲਿਖ ਦਿੱਤਾ ਵੀ ਪੀਪਲ ਕਿੰਨੇ ਸੀਗੇ, ਬਾਈ ਪੀਪਲ ਖਾਧਾ ਗਿਆ ਇਹ ਚੀਜ਼। ਸਾਰਾ ਕੁਝ ਆਪਾਂ ਨੇ ਪ੍ਰੋਪਰ ਅੰਡਰਸਟੈਂਡ ਕਰਵਾਇਆ ਕਿ ਪ੍ਰੋਪਰਲੀ ਆਪਾਂ ਨੂੰ ਵੀ ਅੰਡਰਸਟੈਂਡ ਹੋਇਆ। ਦੈਨ ਆਪਾਂ ਨੇ ਕੀ ਆ ਐਗਜ਼ਾਮੀਨਰ ਨੂੰ ਵੀ ਅੰਡਰਸਟੈਂਡ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਇੱਦਾਂ ਕਿ ਉਹਨੂੰ ਜਿਹੜਾ ਆਪਾਂ ਨੂੰ ਵੀ ਪਤਾ ਹਮੇਸ਼ਾ ਕਿ ਟਾਸਕ ਜਿਹੜਾ ਆ ਉਹਨਾਂ ਕੋਲ ਨਹੀਂ ਹੁੰਦਾ ਮੋਸਟ ਆਫ ਦੀ ਟਾਈਮ, ਜਸਟ ਆਈਡੀਆ ਲਗਾਉਣ ਦੀ ਕੋਸ਼ਿਸ਼ ਕਰਦੇ ਆ ਉਹ ਕਿ ਜਿਹੜਾ ਸਟੂਡੈਂਟ ਨੇ ਕੀ ਲਿਖਿਆ ਉਹ ਤੋਂ ਉਹਨਾਂ ਨੂੰ ਆਈਡੀਆ ਲੱਗ ਜਾਏ ਵੀ ਕਿਵੇਂ ਦਾ ਲੇਆਊਟ ਹੋਊਗਾ, ਕਿਵੇਂ ਦਾ ਟਾਸਕ ਹੋਊਗਾ। ਜੇ ਆਪਾਂ ਪ੍ਰੋਪਰਲੀ ਐਕਸਪਲੇਨ ਕੀਤਾ ਹੋਊਗਾ ਦੈਨ ਆਪਾਂ ਨੂੰ ਬੈਟਰ ਬੈਂਡ ਸਕੋਰਸ ਮਿਲਣਗੇ ਹੀ ਮਿਲਣਗੇ। ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਜਿਨ੍ਹਾਂ ਦਾ ਵੀ ਅੱਜ ਦਾ ਐਗਜ਼ਾਮ ਹੈਗਾ ਹੈ, ਕਿਉਂਕਿ ਇਹ ਵਾਲੇ ਸਾਰੇ ਟਾਸਕ ਬਹੁਤ ਇੰਪੋਰਟੈਂਟ ਆ। ਲਾਈਨ ਹੋ ਗਿਆ, ਬਾਰ ਹੋ ਗਿਆ, ਟੇਬਲ ਹੋ ਗਿਆ ਐਂਡ ਪਾਈ ਚਾਰਟ ਹੋ ਗਏ, ਇਹ ਸਾਰੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਇਵੇਂ ਦੇ ਹੀ ਆਉਂਦੇ ਆ। ਮੈਪ ਐਂਡ ਪ੍ਰੋਸੈਸ ਘੱਟ ਆਉਂਦੇ ਥੋੜ੍ਹਾ ਜਿਹਾ, ਬਟ ਇਹ ਥੋੜ੍ਹਾ ਜ਼ਿਆਦਾ ਆਉਂਦੇ ਆ, ਤਾਂ ਕਰਕੇ ਇਹ ਤੁਹਾਨੂੰ ਜ਼ਰੂਰ ਇੰਟਰੋਡਕਸ਼ਨ ਇਹਦੀ ਤੁਹਾਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਇਸ ਬਾਰੇ। ਤੇ ਤੁਸੀਂ ਮੈਨੂੰ ਆਪਣਾ ਟਾਈਮ ਦਿੱਤਾ, ਆਈ ਐਮ ਵੈਰੀ ਗਲੈਡ ਟੂ ਯੂ ਗਾਇਜ਼। ਹੈਵ ਅ ਨਾਈਸ ਡੇ।